ਗੱਲ ਦਾ ਮੁੱਲ ਕਹਾਣੀ ਸੁਖਜੀਤ। ਕਿਸੇ ਜੱਟ ਦੀ 11 ਕਿੱਲੇ ਜ਼ਮੀਨ ਲੱਗਦੀ ਸੀ ਡੇਰੇ ਦੇ ਨਾਲ। ਪਿਛਲੇ ਕਈ ਸਾਲਾਂ ਤੋਂ ਮਾਤਾ ਜੀ, ਗੁਰੂ ਜੀ ਦੇ ਮਹਿਲ, ਪਹਿਲਾਂ ਵਾਲਾ ਸਰਪੰਚ ਤੇ ਹੋਰ ਮੁਖਤਿਆਰ ਜ਼ੋਰ ਲਾ ਚੁੱਕੇ ਸਨ। ਇੱਕ ਦਿਨ ਉੱਧਰ ਘੁੰਮਦਿਆਂ ਗੁਰੂ ਜੀ ਨੇ ਸਾਂਝਾ ਜਿਹਾ ਹੁਕਮ ਕੀਤਾ ਕਿ ਇਸ ਜ਼ਮੀਨ ਤੋਂ ਬਿਨਾਂ ਆਪਣਾ ਸਰਨਾ ਨਹੀਂ। ਮੈਨੂੰ ਲੱਗਿਆ ਜਿਵੇਂ ਇਹ ਚੈਲੰਜ ਹੋਵੇ ਮੇਰੇ ਲਈ। ਮੈਂ ਸੁਭਾਵਿਕ ਹੀ ਇੱਕ ਦੋ ਚੱਕਰ ਜ਼ਮੀਨ ਵਾਲਿਆਂ ਦੇ ਘਰ ਮਾਰੇ ਅਤੇ ਡੇਰੇ ਲਈ ਜ਼ਮੀਨ ਮੰਗਣ ਦੀ ਥਾਂ ਇਹ ਪੱਕੀ ਕਰ ਆਇਆ ਕਿ ਡੇਰੇ ਵਾਲਿਆਂ ਨੂੰ ਜ਼ਮੀਨ ਨਹੀਂ ਦੇਣੀ ਆਪਾਂ। ਇਹ ਮਾਣੇਵਾਲੀਆ ਦਾ, ਸੁਖਜੀਤ ਦਾ ਪਿੰਡ ਮਾਣੇਵਾਲ ਹੈ। ਗੱਲ ਨੂੰ ਪੁੱਠੇ ਪਾਸਿਓਂ ਸ਼ੁਰੂ ਕਰਨਾ। ਉਹ ਮੈਨੂੰ ਆਪਣਾ ਹਮਦਰਦ ਸਮਝਣ ਲੱਗੇ। ਗੁਰੂ ਜੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਜ਼ਮੀਨ ਵਾਲਿਆਂ ਵੱਲ ਹੋ ਆਇਆ ਹਾਂ। ਕਈ ਦਿਨ ਪਿੱਛੋਂ ਗੁਰੂ ਜੀ ਨੇ ਨਿੱਜੀ ਸਕੱਤਰ ਸੰਤ ਤਰਸੇਮ ਸਿੰਘ ਗੁਰੂ ਜੀ ਦੇ ਕੋਲ ਮੇਰੀ ਪ੍ਰਸ਼ੰਸਾ ਕਰਦੇ ਕਹਿ ਰਹੇ ਸਨ, ਇਹ ਬੜਾ ਸ਼ੈਤਾਨ ਹੈ। ਗੁਰੂ ਜੀ ਨੇ ਉਹਨਾਂ ਨੂੰ ਟੋਕਿਆ ਅਤੇ ਕਿਹਾ, ਸ਼ੈਤਾਨ ਨਹੀਂ, ਚਲਾਕ ਕਹਿ ਜਾਂ ਸਿਆਣਾ। ਨਾਲ ਹੀ ਮੈਨੂੰ ਕਹਿਣ ਲੱਗੇ, ਤੂੰ ਉਹ ਜ਼ਮੀਨ ਵਾਲਾ ਕੰਮ ਕਿੰਨੇ ਦਿਨ ਚ ਕਰੇਂਗਾ? 2 ਮਹੀਨੇ ਚ ਕਰ ਦੇਂਗਾ? ਮੇਰੇ ਮੂੰਹੋਂ ਨਿਕਲ ਆਇਆ, ਆਪ ਜੀ ਦੀ ਕਿਰਪਾ ਚਾਹੀਦੀ ਏ, ਕੰਮ ਤਾਂ 2 ਦਿਨ ਚ ਹੋ ਜੂ। ਸਾਰੇ ਹੱਸ ਪਏ। ਮੈਨੂੰ ਲੱਗਿਆ ਗੱਲ ਆਈ ਗਈ ਹੋ ਗਈ। ਪਰ 2 ਦਿਨ ਬਾਅਦ ਮੈਂ ਪਹਿਰੇ ਵਾਲਿਆਂ ਕੋਲ ਖੜਾ ਸਾਂ ਕਿ ਬੈਡਮਿੰਟਨ ਖੇਡਣ ਜਾਂਦਿਆਂ ਗੁਰੂ ਜੀ ਦੀ ਗੱਡੀ ਵਿੱਚੋਂ ਇਸ਼ਾਰਾ ਕਰਕੇ ਕਿਹਾ ਕਿ 2 ਦਿਨ ਲੰਘ ਚੱਲੇ ਨੇ। ਮੈਂ ਕਿਹਾ, ਚੱਲ ਮਨਾ, ਇਹ ਤਾਂ ਅੱਜ ਹੀ ਕਰਨਾ ਪਊ। ਸੋਚਦਾ ਮੈਂ ਸਾਹਨੇਵਾਲ ਥਾਣੇ ਪਹੁੰਚ ਗਿਆ। ਮੈਂ ਪਿੰਡੋਂ ਪਤਾ ਕਰ ਲਿਆ ਸੀ ਕਿ ਪਿੰਡ ਦਾ ਭਗੌੜਾ ਹੋਇਆ ਖੜਕੂ ਮੁੰਡਾ ਜ਼ਮੀਨ ਵਾਲਿਆਂ ਦੇ ਘਰ ਆਉਂਦਾ ਜਾਂਦਾ ਹੈ, ਰਾਤ ਬਰਾਤੇ। ਮੈਂ SHO ਨੂੰ ਗੱਲ ਸਮਝਾਈ, ਉਹਨੂੰ ਡੇਰੇ ਦੀ ਸੇਵਾ ਕਰਨ ਲਈ ਮਨਾਇਆ। ਉਹਦਾ ਸੇਵਾ ਫਲ ਮੁਕਾਇਆ ਤੇ ਭੈਣੀ ਸਾਹਿਬ ਆ ਗਿਆ। ਜਦੋਂ ਗੁਰੂ ਜੀ ਬੈਡਮਿੰਟਨ ਖੇਡ ਕੇ ਕੋਠੀ ਪਹੁੰਚੇ ਤਾਂ ਜ਼ਮੀਨ ਵਾਲੇ ਦੀ ਘਰਵਾਲੀ ਅਤੇ ਛੋਟਾ ਭਰਾ ਗੁਰੂ ਜੀ ਅੱਗੇ ਰੋ ਰੋ ਕੇ ਅਰਜ਼ ਕਰ ਰਹੇ ਸਨ, ਜੀ ਸਾਡੇ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ, ਕਹਿੰਦੀ ਸੀ ਤੁਹਾਡੇ ਘਰ ਅੱਤਵਾਦੀ ਆਉਂਦੇ ਨੇ, ਅੱਜ ਰਾਤ ਨੂੰ ਮੁਕਾਬਲਾ ਨਾ ਬਣਾ ਦੇਣ। ਗੁਰੂ ਜੀ ਨੇ ਉਹਨਾਂ ਨੂੰ ਤੋਰ ਕੇ ਦੂਜੇ ਮੁਖਤਿਆਰ ਨੂੰ ਹੁਕਮ ਜਾਰੀ ਕੀਤਾ ਕਿ ਸੁਖਜੀਤ ਤੋਂ ਬਿਨਾਂ ਕੋਈ ਛੁਡਾਉਣ ਨਹੀਂ ਜਾਵੇਗਾ। ਮੈਂ ਦੁਬਾਰਾ ਥਾਣੇ ਜਾ ਪਹੁੰਚਿਆ। ਉਦੋਂ ਤੱਕ ਪੁਲਿਸ ਨੇ ਉਹਨੂੰ ਚੰਗੀ ਤਰ੍ਹਾਂ ਡਰਾ ਦਿੱਤਾ ਸੀ। ਮੈਨੂੰ ਵੇਖ ਉਹ ਸੀਖਾਂ ਫੜ ਰੋਣ ਲੱਗਾ। ਮੈਂ ਪੈਂਦਿਆਂ ਹੀ ਬੋਲਿਆ, ਤੈਨੂੰ ਕਿਹਾ ਸੀ ਨਾ ਬਈ, ਤੇਰੀ ਜ਼ਮੀਨ ਤੇ ਅੱਖ ਹੈ ਇਹਨਾਂ ਦੀ। ਇਹ ਡੇਰੇ ਵਾਲੇ ਚੰਗੇ ਬੰਦੇ ਨਹੀਂ, ਤੈਨੂੰ ਮਰਵਾ ਦੇਣਗੇ। ਭਰਾ ਤੇਰਾ ਊਂ ਨਿਆਣੇ, ਜ਼ਮੀਨ ਵੀ ਸਾਂਭਣਗੇ ਤੀਵੀਆਂ ਵੀ। ਇਹਦੇ ਨਾਲੋਂ ਇਹ ਨਹੀਂ ਚੰਗਾ ਮੇਰੇ ਆਖੇ ਲੱਗ ਵੱਟੇ 'ਚ ਜ਼ਮੀਨ ਲੈ ਕੇ ਪਾਸੇ ਹੋ ਜਾ। ਉਹਨੂੰ ਉਦੋਂ ਮੇਰਾ ਹੀ ਆਸਰਾ ਸੀ। ਕਹਿਣ ਲੱਗਾ, ਤੂੰ ਜਿਵੇਂ ਕਹੇਂਗਾ ਉਵੇਂ ਹੀ ਕਰੂੰ ਬਾਈ, ਬਸ ਇੱਥੋਂ ਕੱਢ। SHO ਨੂੰ ਕਹਿ ਕੇ ਉਹਦੇ ਖਾਲੀ ਕਾਗਜ਼ਾਂ ਤੇ ਸਾਈਨ ਕਰਵਾਏ ਤੇ ਉਹਨੂੰ ਲੈ ਕੇ ਸਿੱਧਾ ਭੈਣੀ ਸਾਹਿਬ ਪਹੁੰਚਿਆ ਗੁਰੂ ਜੀ ਦੀ ਕੋਠੀ। ਉਹਨੂੰ ਗੁਰੂ ਜੀ ਦੇ ਸਾਹਮਣੇ ਖਿਲਾਰ ਅਰਜ਼ ਕੀਤੀ, ਪਾਤਸ਼ਾਹ, ਇਹਦੀਆਂ ਪਿਛਲੀਆਂ ਭੁੱਲਾਂ ਬਖਸ਼ ਦਿਓ। ਇਹ ਵੀ ਆਪ ਜੀ ਦਾ, ਇਹਦੀ ਜ਼ਮੀਨ ਵੀ ਆਪ ਦੀ। ਬਸ ਬਾਲ ਬੱਚੇਦਾਰ ਹੈ ਗਰੀਬ, ਆਪ ਗਰੀਬ ਨਵਾਜੋ। ਗੁਰੂ ਜੀ ਨੇ ਮੈਨੂੰ ਕਿਹਾ ਕਿ ਇਹਦੇ ਨਾਲ ਮੁਕਾ ਲੈ। ਉਹਨਾਂ ਵੱਡੇ ਦਿਲ ਨਾਲ ਕਿਹਾ, ਇਹਨੂੰ ਘਾਟਾ ਨਾ ਰਹੇ। ਉਂਝ ਗੁਰੂ ਜਗਜੀਤ ਸਿੰਘ ਜੀ ਦਾ ਦਿਲ ਸੱਚਮੁੱਚ ਹੀ ਬਹੁਤ ਵੱਡਾ ਸੀ। ਮੈਂ ਵੀ ਚੰਗਾ ਕੰਮ ਇਹ ਕੀਤਾ ਕਿ ਉਹਨੂੰ ਉਸਦੀ ਜ਼ਮੀਨ ਦੇ ਬਦਲੇ 2.5 ਗੁਣਾ ਜ਼ਮੀਨ ਭੇਟ ਵਿੱਚ ਤੇ ਉਸਦੀ ਘਰਵਾਲੀ ਦੇ ਕਹਿਣ ਤੇ ਕੋਠੀ ਬਣਾਉਣ ਦੀ ਥਾਂ ਅਤੇ ਪੈਸੇ ਗੁਰੂ ਜੀ ਕੋਲੋਂ ਲੈ ਦਿੱਤੇ, ਕਿਉਂਕਿ ਉਹਦੀ ਘਰਵਾਲੀ ਨੇ ਕਿਹਾ ਸੀ, ਅਸੀਂ ਰਹਿਣਾ ਤਾਂ ਇੱਥੇ ਹੀ ਹੈ ਜੀ, ਤੁਹਾਡੇ ਚਰਨਾਂ ਦੇ ਕੋਲ। ਅੱਜ ਸਾਡੇ ਤੇ ਭੀੜ ਬਣੀ ਤਾਂ ਡੇਰਾ ਝੱਟ ਬੌੜ ਗਿਆ। ਉੱਥੇ ਸਾਨੂੰ ਕਿਹਨੇ ਪੁੱਛਣਾ ਜੀ। ਅਜਿਹੀਆਂ ਬਹੁਤ ਘਟਨਾਵਾਂ ਨੇ ਡੇਰੇ ਦੇ ਨਾਲ ਲੱਗਦੇ ਕਈ ਜ਼ਮੀਨ ਵਾਲਿਆਂ ਨੂੰ ਇਉਂ ਹੀ ਵਸਾ ਕੇ ਮਾਰਿਆ। ਕੱਲਾ ਬਹਿ ਕੇ ਸੋਚਦਾ ਹਾਂ ਤਾਂ ਆਤਮ ਗਿਲਾਨੀ ਹੁੰਦੀ ਏ। ਪਰ ਅਗਲੇ ਪਲ ਕਿ ਉਹ ਲੋਕ ਪੀੜ੍ਹੀਆਂ ਤੋਂ ਜਿੱਦ ਫੜੀ ਉਨੀ ਕੁ ਜ਼ਮੀਨ ਤੇ ਬੈਠੇ ਸੀ ਤੇ ਨਿੱਤ ਡੇਰੇ ਨਾਲ ਲੜਾਈ। ਹੁਣ ਮੈਂ ਉਹਨਾਂ ਦੀਆਂ ਦੁੱਗਣੀਆਂ ਤਿੱਗਣੀਆਂ ਜ਼ਮੀਨਾਂ ਬਣਾ ਦਿੱਤੀਆਂ, ਕੋਠੀਆਂ ਪਵਾ ਦਿੱਤੀਆਂ। ਅੱਜ ਫਸਲ ਦੀ ਚੰਗੀ ਆਮਦਨ ਹੈ। ਕਾਰਾਂ ਨੇ ਉਹਨਾਂ ਦੇ ਕੋਲ, ਬੱਚੇ ਪੜ੍ਹ ਰਹੇ ਨੇ। ਖੁਦ ਨੂੰ ਧਰਵਾਸ ਦਿੰਦਾ ਹਾਂ ਕਿ ਉਹਨਾਂ ਦਾ ਹੀ ਭਲਾ ਕੀਤਾ ਏ, ਧੱਕੇ ਤੇ ਧੋਖੇ ਨਾਲ ਹੀ ਸਹੀ। ਫੇਰ ਵੀ ਅੱਜ ਜਦੋਂ ਪੁਰਾਣੇ ਕਿੱਸੇ ਯਾਦ ਆਉਂਦੇ ਨੇ ਤੇ ਚਿੱਤ ਦੁਖੀ ਜ਼ਰੂਰ ਹੁੰਦਾ ਏ। ਇਹ ਮਨੁੱਖ ਦਾ ਸੁਭਾਅ ਹੈ ਕਿ ਆਪਣੇ ਕੀਤੇ ਗਲਤ ਕੰਮਾਂ ਨੂੰ ਵੀ ਜਸਟੀਫਾਈ ਕਰਦਾ ਰਹਿੰਦਾ ਹੈ। ਫੇਰ ਹੁਣ ਮੇਰੇ ਅੰਦਰੋਂ ਇੱਕ ਦਲੀਲ ਉੱਠੀ ਕਿ ਗਲਤ ਠੀਕ ਕੁਝ ਨਹੀਂ ਹੁੰਦਾ। ਇੱਕੋ ਹੀ ਗੱਲ ਇੱਕ ਲਈ ਗਲਤ ਤੇ ਦੂਜੇ ਲਈ ਠੀਕ ਹੋ ਸਕਦੀ ਏ। ਮੈਨੂੰ ਇਹ ਦੰਭ ਵਸਾ ਕੇ ਮਾਰਨ ਵਾਲੇ ਵਰਗੇ ਪਾਪ ਉਦੋਂ ਕਰਨੇ ਹੀ ਪੈਣੇ ਸਨ ਜਦੋਂ ਮੇਰੇ ਕੋਲ ਪੂਰੀ ਪਾਵਰ ਨਹੀਂ ਸੀ, ਪੂਰਾ ਸ਼ਕਤੀਵਰ ਨਹੀਂ ਸਾਂ ਹੋਇਆ ਮੈਂ। ਸ਼ਕਤੀਵਰ ਹੋਣ ਪਿੱਛੋਂ ਅਜਿਹਾ ਫਿਰ ਕੁਝ ਨਹੀਂ ਸੀ ਕਰਦਾ। ਫਿਰ ਤਾਂ ਹਿੱਕ ਦੇ ਜ਼ੋਰ ਨਾਲ ਕੰਮ ਕਰਦਾ, ਲਿਚ ਗੜੀਚਿਆਂ ਦੀ ਲੋੜ ਨਹੀਂ ਰਹਿੰਦੀ। ਫੇਰ ਤਾਂ ਜਿਵੇਂ ਕਹਿੰਦੇ ਨੇ ਸਿੱਕਾ ਚੱਲਦੇ ਤੁਹਾਡਾ।
ਇੱਕ ਵਾਰੀ ਗੁਰੂ ਜੀ ਦੇ ਖਜ਼ਾਨਚੀ ਪੂਰਬਾ ਜੀ ਨੇ 30 ਕਿੱਲੇ ਜ਼ਮੀਨ ਖਰੀਦ ਲਈ ਕੁਹਾੜਾ ਰੋਡ ਤੇ, ਪਰ ਇਸ ਜ਼ਮੀਨ ਦੇ ਫਰੰਟ ਤੇ ਲੱਗਦੇ 5 ਕਿੱਲੇ ਵਾਲੇ, ਜਿਨ੍ਹਾਂ ਪਹਿਲਾਂ ਹਾਮੀ ਭਰੀ ਸੀ ਜ਼ਮੀਨ ਵੇਚ ਦੇਣ ਦੀ, ਬਾਅਦ ਵਿੱਚ ਮੁੱਕਰ ਗਏ। ਇਹਨਾਂ 5 ਕਿੱਲਿਆਂ ਕਰਕੇ ਹੀ ਤਾਂ 30 ਕਿੱਲਿਆਂ ਤੇ ਪੈਸੇ ਲਾਏ ਸਨ। ਇਹ 5 ਕਿੱਲੇ ਲੈ ਕੇ ਹੀ ਉਹਨਾਂ ਸੜਕ ਨਾਲ ਲੱਗਣਾ ਸੀ, ਨਹੀਂ ਤਾਂ 30 ਕਿੱਲਿਆਂ ਨੂੰ ਰਾਹ ਵੀ ਪਿੰਡ ਦੇ ਉੱਤੋਂ ਵੱਲ ਕੇ ਆਉਂਦਾ ਸੀ, ਬਹੁਤ ਦੂਰੋਂ। ਪੂਰਬਾ ਜੀ ਨੇ ਉਹਨਾਂ ਨੂੰ ਵੱਧ ਪੈਸੇ ਵੀ ਕਹਿ ਲਏ ਸਨ, ਪਰ ਉਹ ਨਾ ਮੰਨਣ। ਦੁਖੀ ਹੋ ਕੇ ਪੂਰਬਾ ਜੀ ਨੇ ਮੈਨੂੰ ਕਿਹਾ। ਮੈਂ 2 ਗੱਡੀਆਂ ਭਰ ਕੇ ਬੰਦੂਕਾਂ ਵਾਲੇ ਮੁੰਡਿਆਂ ਦੀਆਂ ਉਹਨਾਂ ਦੇ ਘਰ ਜਾ ਪੁੱਜਾ ਤੇ ਸਿੱਧੀ ਗੱਲ ਕੀਤੀ, ਬਈ ਸਾਡਾ ਇਸ ਜ਼ਮੀਨ ਬਿਨਾਂ ਸਰਦਾ ਨਹੀਂ। ਤੁਸੀਂ ਪੈਸੇ ਲਓ, ਰਜਿਸਟਰੀ ਕਰਵਾ ਦਿਓ, ਨਹੀਂ ਅਸੀਂ ਜ਼ਮੀਨ ਵਾਹ ਲੈਣੀ ਏ। ਲੜਾਈ ਹੋਊ, ਕੇਸ ਚੱਲੂ, ਮਹੀਨੇ 'ਚ 26 ਤਰੀਕਾਂ ਸਾਡੀਆਂ ਪਹਿਲਾਂ ਹੀ ਪੈਂਦੀਆਂ, 27 ਵੀ ਹੋਰ ਪੈ ਜੂ, ਸਾਨੂੰ ਫਰਕ ਨਹੀਂ ਪੈਣਾ। ਤੁਸੀਂ ਉਲਝੋਗੇ, ਦੁਖੀ ਹੋਵੋਗੇ। ਉਹ ਡਰ ਗਏ, ਕਹਿੰਦੇ 2 ਦਿਨ ਦੇ ਦਿਓ ਸਲਾਹ ਕਰਨ ਲਈ। ਅਸੀਂ 2 ਦਿਨ ਬਾਅਦ ਗਏ ਤਾਂ ਉਹਨਾਂ ਬੰਦੇ ਇਕੱਠੇ ਕੀਤੇ ਹੋਏ। ਮੈਨੂੰ ਥੋੜਾ ਵੱਟ ਚੜਿਆ, ਪਰ ਮੈਂ ਠਰੰਮੇ ਨਾਲ ਕਿਹਾ, ਆਹ ਚੰਗਾ ਕੀਤਾ ਤੁਸੀਂ, ਜਿਹੜਾ ਬੰਦੇ ਬੁਲਾ ਲਏ, ਨਹੀਂ ਤਾਂ ਸਾਡੇ ਮਨ 'ਚ ਰਹਿਣਾ ਸੀ ਕਿ ਗਰੀਬ ਮਾਰ ਹੋ ਗਈ। ਤੁਸੀਂ ਥ੍ਰੈਟ ਕਰਦੇ ਹੋ। ਇਹ ਕੋਈ ਲੰਮਾ ਚੌੜਾ ਬੰਦਾ ਸੀ। ਮੈਂ ਪੁੱਛਿਆ, ਤੁਸੀਂ ਕੌਣ? ਤਾਂ ਜ਼ਮੀਨ ਵਾਲਾ ਬੋਲਿਆ, ਇਹ ਸਾਡੇ ਫੁੱਫੜ ਜੀ ਨੇ, ਮਿਲਟਰੀ 'ਚ ਕਰਨਲ ਨੇ। ਮੈਂ ਹੋਰ ਵੀ ਧੀਰਜ ਨਾਲ ਬੋਲਿਆ, ਕਰਨਲ ਸਾਹਿਬ, ਤੁਸੀਂ ਤਾਂ ਸਿਆਣੇ ਹੋ। ਥ੍ਰੈਟ ਉਹ ਕਰਦਾ ਹੁੰਦਾ ਜਿਹੜਾ ਕੁਝ ਕਰ ਨਾ ਸਕਦਾ ਹੋਵੇ। ਮੈਂ ਥ੍ਰੈਟ ਕਿਉਂ ਕਰਾਂ? ਮੈਂ ਸਿੱਧਾ ਉਹਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ। ਉਹ ਇੱਕਦਮ ਬੋਲਿਆ, ਮੈਂ 2 ਮਿੰਟ ਤੁਹਾਡੇ ਨਾਲ ਗੱਲ ਕਰਨੀ ਏ। ਆਓ। ਮੈਂ ਸਿੱਧਾ ਇੱਕ ਕਮਰੇ ਵੱਲ ਹੋ ਤੁਰਿਆ। ਮੁੰਡੇ ਨਾਲ ਆਉਣ ਲੱਗੇ ਤਾਂ ਮੈਂ ਡੱਕ ਦਿੱਤੇ। ਤੁਸੀਂ ਇਹਨਾਂ ਨੂੰ ਏਕੜ ਦਾ 2 ਲੱਖ ਦੇ ਸਕਦੇ ਹੋ? ਉਹਨੇ ਫੌਜੀਆਂ ਵਾਂਗੂ ਮੈਨੂੰ ਸਿੱਧਾ ਪੁੱਛਿਆ, ਬਿਨਾਂ ਵਿੰਗ ਵੱਲ ਤੋਂ। ਉਦੋਂ ਉੱਥੇ 2.25 ਲੱਖ ਦਾ ਰੇਟ ਸੀ। ਉਹ ਇੱਕ 60-70 ਤੇ ਨਿਬੇੜਨੀ ਚਾਹੁੰਦਾ ਸੀ, ਪਰ ਮੈਂ ਕਿਹਾ, ਦਿੱਤਾ 2 ਲੱਖ ਹੀ। ਉਹਨੇ ਹੈਰਾਨੀ ਜਿਹੀ ਨਾਲ ਮੇਰੇ ਵੱਲ ਹੱਥ ਵਧਾਇਆ ਤੇ ਕਿਹਾ, ਡਨ? ਤੇ ਮੈਂ ਉਹਦਾ ਹੱਥ ਕੁੱਟਦਿਆਂ ਕਿਹਾ, ਡਨ। ਮੈਂ ਜਾਣਦਾ ਸੀ ਕਿ ਕਚਹਿਰੀ ਵਿੱਚ ਕੇਸ ਗਿਆ, ਹਾਰਨ ਵਾਲੇ ਦੀ ਸੁਆਹ ਹੁੰਦੀ ਏ ਤੇ ਜਿੱਤਣ ਵਾਲੇ ਦੇ ਕੋਲੇ। ਪੱਲੇ ਕਿਸੇ ਦੇ ਕੁਝ ਨਹੀਂ ਪੈਂਦਾ। ਮੈਂ ਗੱਲ ਦੀ ਕਦਰ ਕਰਦਾ। ਚੰਗੀ ਢੁਕਵੀਂ ਤੇ ਠੋਸ ਗੱਲ ਦੀ ਦਾਤ ਤਾਂ ਮੈਂ ਪਹਿਲੇ ਦਿਨੋਂ ਹੀ ਦਿੰਦਾ ਸਾਂ, ਪਰ ਬਾਅਦ ਵਿੱਚ ਪੰਚਾਇਤ ਵਿੱਚ ਬੈਠਣ ਕਰਕੇ ਤੇ ਕਈ ਫੈਸਲਿਆਂ ਵਿੱਚ ਪੰਚਾਇਤੀ ਬਣਨ ਕਰਕੇ ਦੋਹਾਂ ਧਿਰਾਂ ਦੀ ਸੁਣ ਕੇ ਪੰਚਾਇਤੀ ਫੈਸਲਾ ਦੇਣ ਵੇਲੇ ਦੇਖਿਆ ਕਿ ਗੱਲ ਕਰਕੇ ਪੰਚਾਇਤ ਨੂੰ ਕੀ ਲੈਣ ਵਾਲੇ ਥੋੜ੍ਹੇ ਹੁੰਦੇ ਨੇ, ਉਹੀ ਬੰਦੇ ਮੁਅਤਬਰ ਤੇ ਪੰਚਾਇਤੀ ਅਖਵਾਉਂਦੇ ਨੇ। ਇੱਕ ਵਾਰ ਸਾਹਨੇਵਾਲ ਤੋਂ ਵਜ਼ੀਰ ਰਹੇ ਵੀਰਪਾਲ ਸਿੰਘ ਦੇ ਪਰਿਵਾਰ ਤੇ ਸਰਪੰਚ ਸ਼ਮਸ਼ੇਰ ਸਿੰਘ ਹੀਰਾਂ ਦਾ ਝਗੜਾ ਮੇਰੇ ਕੋਲ ਆਇਆ। ਇਹਨਾਂ ਦਾ ਕਦੇ ਕਾਰੋਬਾਰ ਸਾਂਝਾ ਸੀ, ਵੱਡਾ ਕਾਰੋਬਾਰ ਸੀ, ਰੌਲਾ ਵੀ ਵੱਡਾ। ਸ਼ੈਲਰਾਂ ਤੇ ਜ਼ਮੀਨ ਦੀ ਵੰਡ ਵੰਡਾਈ ਦਾ ਕੇਸ ਵੀ ਚੱਲਦੇ ਸਨ। ਵਜ਼ੀਰ ਦੇ ਭਰਾ ਮੀਤਪਾਲ ਸਿੰਘ ਨੇ ਅਰਜ਼ ਕੀਤੀ ਸੀ ਗੁਰੂ ਜੀ ਨੂੰ, ਸਾਡਾ ਨਿਬੇੜਾ ਕਰਾ ਦਿਓ। ਉਹਨਾਂ ਮੈਨੂੰ ਹੁਕਮ ਕੀਤਾ। ਇਹ ਵੀ ਮੇਰੇ ਹਿੱਸੇ ਆਇਆ ਕਿ ਭੈਣੀ ਸਾਹਿਬ ਦਾ ਸਰਪੰਚ ਬਣਨ ਪਿੱਛੋਂ ਆਲੇ ਦੁਆਲੇ ਦੇ 60-70 ਪਿੰਡ ਹੀ ਨਹੀਂ, ਸਗੋਂ ਪੰਜਾਬ ਵਿੱਚੋਂ ਵੀ ਕਈ ਥਾਈਂ ਫੈਸਲੇ ਭੈਣੀ ਸਾਹਿਬ ਆਉਣ ਲੱਗੇ। ਮੈਥੋਂ ਪਹਿਲਾਂ ਭੈਣੀ ਸਾਹਿਬ ਦੀ ਸਰਪੰਚੀ ਦੀ ਕੋਈ ਬੁਕਤ ਨਹੀਂ ਸੀ। ਪਹਿਲਾਂ ਮੁਖਤਿਆਰ ਹੀ ਸਭ ਕੁਝ ਹੁੰਦਾ ਸੀ। ਮੈਨੂੰ ਮਾਣ ਏ ਕਿ ਇੱਥੋਂ ਦੀ ਸਰਪੰਚੀ ਦੀ ਟੌਹਰ ਮੈਂ ਬਣਾਈ। ਮੈਂ ਦੋਹਾਂ ਧਿਰਾਂ ਨੂੰ ਬੁਲਾ ਲਿਆ। ਮੀਤਪਾਲ ਸਿੰਘ ਤੇ ਸ਼ਮਸ਼ੇਰ ਸਿੰਘ ਦੋਵੇਂ ਮੈਥੋਂ ਉਮਰ ਵਿੱਚ ਵੀ ਵੱਡੇ, ਤਜਰਬੇ ਵਿੱਚ ਵੀ ਤੇ ਸਿਆਸੀ ਕੱਦ-ਕਾਠ ਵਿੱਚ ਵੀ। ਅਜਿਹੇ ਵੇਲੇ ਮੇਰਾ ਸਾਹਿਤ ਪੜ੍ਹਿਆ ਤੇ ਬਜ਼ੁਰਗਾਂ ਕੋਲ ਬੈਠਿਆ ਕੰਮ ਆਉਂਦਾ। ਖੁਰਸ਼ੀਦੀ ਜੀ ਤੇ ਸੁਖਚੈਨ ਭਾਜੀ ਨੂੰ ਨਾਲ ਬਿਠਾ ਲੈਂਦਾ, ਜਿਹੜੇ ਬਹੁਤੀਆਂ ਗੱਲਾਂ ਵਿੱਚ ਮੈਥੋਂ ਸਿਆਣੇ ਹੋਣ ਤੇ ਵੀ ਮੇਰੀ ਇੱਜ਼ਤ ਤੇ ਮਾਣ ਬਣਾਈ ਰੱਖਦੇ। ਉਸ ਦਿਨ ਸ਼ਮਸ਼ੇਰ ਸਿੰਘ ਨੇ ਇੱਕੋ ਗੱਲ ਨਾਲ ਸਾਨੂੰ ਮੁੱਲ ਲੈ ਲਿਆ। ਉਸਨੇ ਬੋਲਣ ਦੀ ਆਗਿਆ ਮੰਗੀ ਤੇ ਕਿਹਾ, ਇਹ ਪੰਚਾਇਤ ਹੈ, ਉਹ ਵੀ ਸਤਿਪੁਰਖਾਂ ਦੀ। ਇੱਥੇ ਸਾਨੂੰ ਸੱਚ ਬੋਲਣਾ ਚਾਹੀਦਾ। ਮੈਂ ਦੱਸਦਾ ਕਿ ਆਹ ਕੇਸ ਇਹਨਾਂ ਤੇ ਮੈਂ ਝੂਠੇ ਪਾਏ ਨੇ, ਫਲਾਣੀਆਂ ਐਂਟਰੀਆਂ ਮੇਰੀਆਂ ਬੋਗਸ ਨੇ, ਇੰਨਾ ਕੁਝ ਮੇਰਾ ਅਸਲੀ ਹੈ। ਫੇਰ ਵੀ ਤੁਸੀਂ ਜੋ ਫੈਸਲਾ ਕਰੋਗੇ ਮੈਨੂੰ ਉਹ ਮਨਜ਼ੂਰ ਹੋਵੇਗਾ। ਮੈਂ ਲਿਖ ਕੇ ਦਿੰਦਾ ਹਾਂ। ਪਰ ਵਜ਼ੀਰ ਦੇ ਭਰਾ ਨੇ ਇੱਕ ਵੀ ਗੱਲ ਸੁਆਦ ਵਾਲੀ ਨਾ ਕੀਤੀ। ਮੈਂ ਸਾਰੀ ਗੱਲ ਦੱਸ ਕੇ ਗੁਰੂ ਜੀ ਨੂੰ ਅਰਜ਼ ਕੀਤੀ ਕਿ ਸ਼ਮਸ਼ੇਰ ਸਿੰਘ ਸਹੀ ਏ। ਉਸ ਦਿਨ ਤੋਂ ਸ਼ਮਸ਼ੇਰ ਸਿੰਘ ਪੱਕੇ ਸਾਡੇ ਨਾਲ ਜੁੜ ਗਏ। ਇਹ ਉਹੀ ਸ਼ਮਸ਼ੇਰ ਸਿੰਘ ਸੀ ਜਿਸਨੇ ਲੁਧਿਆਣੇ ਰੈਲੀ ਵਿੱਚ ਜਾ ਰਹੀ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਿਨਾਂ ਪ੍ਰੋਗਰਾਮ ਤੋਂ ਆਪਣੇ ਪਿੰਡ ਹੀਰਾਂ ਵਿੱਚ ਰੋਕ ਕੇ ਜਲ ਪਾਣੀ ਛਕਾਇਆ ਸੀ। ਪਿੱਛੋਂ ਇਹਨਾਂ ਨੇ ਬੜੇ ਫੈਸਲੇ ਵਿੱਚ ਮੇਰੀ ਮਦਦ ਕੀਤੀ। ਇਵੇਂ ਕਿਸੇ ਬਜ਼ੁਰਗ ਨੇ ਕੰਮ ਕਰਵਾਉਣ ਲਈ ਕਥਾ ਕਹਾਣੀ ਸੁਣਾ ਕੇ ਮੈਨੂੰ ਖੁਸ਼ ਕਰ ਦੇਣਾ। ਇੱਕ ਵਾਰੀ ਜੱਟ ਹਲਟ ਹੱਕ ਰਿਹਾ ਸੀ, ਬਲਦ ਤਕੜੇ ਸੀ। ਗਾਦੀ ਉੱਤੇ ਬੈਠੇ ਦੀ ਅੱਖ ਲੱਗ ਗਈ। ਚੋਰ ਉਹਦੇ ਬਲਦਾਂ ਪਿੱਛੇ ਲੱਗੇ ਹੋਏ ਸਨ।
ਮੌਕਾ ਬਣਿਆ ਦੇਖ ਚੋਰਾਂ ਨੇ ਉਤਲਾ ਬਲਦ ਪੰਜਾਲੀ ਥੱਲਿਓਂ ਕੱਢ ਆਪਣੇ ਇੱਕ ਤਕੜੇ ਸਾਥੀ ਨੂੰ ਉੱਥੇ ਜੋੜ ਦਿੱਤਾ ਤੇ ਕਿਹਾ ਕਿ ਜਦੋਂ ਅਸੀਂ ਬਲਦ ਨੂੰ ਲੈ ਕੇ ਦੂਰ ਨਿਕਲ ਗਏ ਤਾਂ ਜੂਲਾ ਸਿੱਟ ਕੇ ਭੱਜ ਆਈ। ਜੱਟ ਦੀ ਅੱਖ ਛੇਤੀ ਖੁੱਲ ਗਈ। ਉਹਨੇ ਦੇਖਿਆ ਕਿ ਬਲਦ ਤਾਂ ਲੈ ਗਏ ਪਰ ਉਹਦੀ ਜਗ੍ਹਾ ਜੁੜਿਆ ਬੰਦਾ ਉਹਦੇ ਨਾਲੋਂ ਤਕੜੇ। ਜੇ ਰੌਲਾ ਪਾਇਆ ਤਾਂ ਕੁੱਟੂ। ਫੇਰ ਜੱਟ ਵਿੱਦਿਆ ਉਹਦੇ ਕੰਮ ਆਈ। ਉਹ ਹੇਠਲੇ ਬਲਦ ਨੂੰ ਛੇੜ ਕੇ ਕਹਿੰਦਾ, ਉਹ ਚੱਲ ਸਾਵਿਆ, ਉਧਰ ਵੀ ਮਰਦ ਦੇ ਕੰਨੇ ਉੱਤੇ ਆਈ ਏ, ਕਿਸੇ ਕੰਡੇ ਲਾ ਕੇ ਛੱਡੂ। ਪੰਜਾਲੀ ਥੱਲੇ ਆਇਆ ਚੋਰ ਰੁਕਿਆ ਤੇ ਸਾਥੀਆਂ ਨੂੰ ਹਾਕ ਮਾਰ ਕੇ ਕਹਿੰਦਾ, ਇਹਦਾ ਬਲਦ ਮੋੜ ਦੋ ਯਾਰੋ। ਕੋਈ ਬਜ਼ੁਰਗ ਮੈਨੂੰ ਇਹ ਕਥਾ ਸੁਣਾ ਕੇ ਕਹਿੰਦਾ, ਹੁਣ ਸਾਡੇ ਕੰਮ ਦੀ ਪੰਜਾਲੀ ਵੀ ਤੇਰੇ ਵਰਗੇ ਮਰਦ ਦੇ ਕੰਨੇ ਉੱਤੇ ਆ। ਸਾਨੂੰ ਪਤਾ ਤੂੰ ਵਿਚਾਲੇ ਡੋਬਾ ਨਹੀਂ ਦਿੰਦਾ। ਮੈਂ ਖੁਸ਼ ਹੋ ਜਾਣਾ। ਕਈ ਵਾਰੀ ਗਲਤ ਠੀਕ ਵੀ ਨਾ ਦੇਖਣਾ। ਇਹ ਸੋਚਣਾ ਹੀ ਨਾ ਕਿ ਪਹਿਲਾਂ ਉਹਨੇ ਮਰਦ ਨੂੰ ਪਰਿਭਾਸ਼ਿਤ ਕੀਤਾ ਆਪਣੇ ਮੁਤਾਬਿਕ, ਫਿਰ ਮੈਨੂੰ ਉਹ ਮਰਦ ਬਣਨ ਲਈ ਕਿਹਾ ਤੇ ਮੈਂ ਬਣ ਵੀ ਗਿਆ। ਉਹਨਾਂ ਨੂੰ ਕੰਡੇ ਲਾਵਾਂ ਸੋਚ ਕੇ ਗਲਤ ਜ਼ੋਰ ਲਾਉਣਾ, ਵਿਤੋਂ ਬਾਹਰਾ। ਪਰ ਮੈਂ ਦੱਸਿਆ ਨਾ ਕਿ ਗੱਲ ਦੀ ਕੀਮਤ ਹੁੰਦੀ ਏ। ਇੱਕ ਵਾਰੀ ਮੈਂ ਤੇ ਸਵੀ ਉਹਦੀ ਕਾਰ ਨੂੰ ਨਵੇਂ ਟਾਇਰ ਪਵਾਉਣ ਗਏ। ਟਾਇਰਾਂ ਵਾਲਾ ਕਹਿੰਦਾ 3,500 ਦੇ ਰੇਡੀਅਲ 5500 ਦੇ। ਅਸੀਂ ਪੁੱਛਿਆ ਇਹਨਾਂ 'ਚ ਕੀ ਫਰਕ ਏ? ਉਹ ਕਹਿੰਦਾ ਜੀ ਫਰਕ ਦਾ ਤਾਂ ਪਤਾ ਨਹੀਂ, ਪਰ ਬ੍ਰੇਕ ਮਾਰਿਆਂ ਗੱਡੀ ਬੱਤਖ ਵਾਂਗੂ ਬਹਿੰਦੀ ਏ। ਅਸੀਂ ਨਿਹਾਲ ਹੋ ਗਏ। ਕੁਝ ਛੱਡ-ਛੁਡਾ ਕਰਨ ਦੀ ਥਾਂ 100 ਰੁਪਇਆ ਹੋਰ ਦਿੱਤਾ ਸਵੀ ਹੋਰਾਂ। ਉਹਦੀ ਗੱਲ ਦੀ ਦਾਤ ਵਾਧੂ ਦੀ।